ਜਦੋਂ ਬਾਲ ਹਰਗੋਬਿੰਦ ਜੀ ਦਾ ਪ੍ਰਕਾਸ਼ ਹੋਇਆ ਸੀ ਤਾਂ ਹਰ ਇੱਕ ਘਰ ਦੇ ਵਿੱਚ ਖੁਸ਼ੀ ਸੀ, ਪਰ ਬਾਬਾ ਪ੍ਰਿਥੀ ਚੰਦ ਦੇ ਘਰ ਵਿੱਚ ਸੋਗ ਸੀ। ਬਾਬਾ ਪ੍ਰਿਥੀ ਚੰਦ ਨਹੀਂ ਸੀ ਚਾਹੁੰਦਾ ਵੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਕੋਈ ਬਾਲਕ ਹੋਵੇ। ਤੇ ਉਦੋਂ ਉਹਦੀਆਂ ਆਸਾਂ ਤੇ ਪਾਣੀ ਫਿਰ ਗਿਆ ਜਦੋਂ ਬਾਲ ਹਰਗੋਬਿੰਦ ਜੀ ਦਾ ਪ੍ਰਕਾਸ਼ ਹੋਇਆ। ਹੁਣ ਉਹਨੇ ਅਗਲੀ ਵਿਚਾਰ ਮਨ ਵਿੱਚ ਬਣਾਈ ਵੀ ਕਿਸੇ ਤਰੀਕੇ ਦੇ ਨਾਲ ਇਸ ਬਾਲਕ ਨੂੰ ਖਤਮ ਕੀਤਾ ਜਾਵੇ ਤਾਂ ਜੋ ਮੇਰਾ ਪੁੱਤਰ ਜਿਹੜਾ ਹੈ ਉਹ ਗੁਰਗੱਦੀ ਤੇ ਬੈਠ ਸਕੇ। ਬਾਬਾ ਪ੍ਰਿਥੀ ਚੰਦ ਨੇ 4 ਹਮਲੇ ਬਾਲ ਹਰਗੋਬਿੰਦ ਜੀ ਤੇ ਕੀਤੇ, ਪਰ ਹਰ ਵਾਰੀ ਬਾਬਾ ਪ੍ਰਿਥੀ ਚੰਦ ਵੱਲੋਂ ਕੀਤੀ ਹੋਈ ਕੋਸ਼ਿਸ਼ ਨਾਕਾਮ ਹੋ ਜਾਂਦੀ ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਤੇ ਨਾਲ ਬਾਣੀ ਦਾ ਸ਼ਬਦ ਉਚਾਰਦੇ। ਉਹ ਭਾਵੇਂ ਦਾਈ ਫੱਤੋ ਵੱਲੋਂ ਜ਼ਹਿਰ ਦੇਣ ਦੀ ਗੱਲ ਹੋਵੇ, ਬ੍ਰਾਹਮਣ ਖਿਡਾਵੇ ਵੱਲੋਂ ਦਹੀਂ ਵਿੱਚ ਪਾ ਕੇ ਜ਼ਹਿਰ ਦੇਣ ਦੀ ਗੱਲ ਹੋਵੇ, ਸਪੇਰੇ ਵੱਲੋਂ ਸੱਪ ਛੱਡਣ ਦੀ ਗੱਲ ਹੋਵੇ, ਇਸੇ ਤਰ੍ਹਾਂ ਬਾਲ ਹਰਗੋਬਿੰਦ ਜੀ ਦੇ ਮਿੱਤਰ ਨੰਦ ਰਾਮ ਜੀ ਉਹਨਾਂ ਪਾਸੋਂ ਮਠਿਆਈ ਵਿੱਚ ਜ਼ਹਿਰ ਪਾ ਕੇ ਦੇਣ ਦੀ ਗੱਲ ਹੋਵੇ, ਇਹਨਾਂ ਹਮਲਿਆਂ ਦੇ ਰਾਹੀਂ ਯਤਨ ਤਾਂ ਕੀਤੇ ਵੀ ਖਤਮ ਕਰ ਦਈਏ, ਪਰ ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕੈ ਕੋਈ। ਜਦੋਂ ਮਾਲਕ ਰੱਖਿਆ ਕਰਨ ਤੇ ਆਉਂਦਾ ਏ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਆਖਦੇ ਨੇ ਪ੍ਰਭ ਭਾਵੈ ਬਿਨ ਸਾਸਤੀ ਰੱਖੈ। ਜਦੋਂ ਚਾਹੁੰਦਾ ਏ ਤੇ ਬੰਦੇ ਨੂੰ ਬਚਾ ਲੈਂਦਾ ਏ, ਪਰ ਜਦੋਂ ਮਾਰਨ ਤੇ ਆਵੇ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਵੀ ਬੰਦੇ ਨੂੰ ਬਚਾ ਸਕੇ। ਹੁਣ ਇੱਕ ਹੋਰ ਹਮਲਾ ਹੋਇਆ ਜਿਹਨੂੰ ਚੇਚਕ ਦਾ ਹਮਲਾ ਕਿਹਾ ਜਾਂਦਾ ਹੈ ਬਾਲ ਹਰਗੋਬਿੰਦ ਜੀ ਤੇ, ਪਰ ਉਹ ਵੀ ਪਰਮੇਸ਼ਰ ਦੀ ਕਿਰਪਾ ਨਾਲ ਬਾਲ ਹਰਗੋਬਿੰਦ ਜੀ ਨੂੰ ਕੁਛ ਨਹੀਂ ਹੋਇਆ ਤੇ ਬਚ ਗਏ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਬਾਲ ਹਰਗੋਬਿੰਦ ਜੀ ਦੀ ਉਮਰ ਵੱਧਦਿਆਂ ਵੇਖ ਕੇ ਉਹਨਾਂ ਦੀ ਵਿੱਦਿਆ ਦਾ ਪ੍ਰਬੰਧ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਬਾਲ ਹਰਗੋਬਿੰਦ ਦੀ ਉਂਗਲ ਫੜ ਕੇ ਸਤਿਕਾਰਯੋਗ ਬਾਬਾ ਬੁੱਢਾ ਜੀ ਕੋਲ ਲੈ ਕੇ ਜਾਂਦੇ ਨੇ ਤੇ ਬਚਨ ਕਰਦੇ ਨੇ ਵੀ ਤੁਸੀਂ ਇਹਨਾਂ ਨੂੰ ਵਿੱਦਿਆ ਦਿਓ। ਅੱਖਰੀ ਗਿਆਨ ਦਾ ਬੋਧ ਜਿਹੜਾ ਹੈ ਉਹ ਸਤਿਕਾਰਯੋਗ ਬਾਬਾ ਬੁੱਢਾ ਜੀ ਨੇ ਕਰਾਇਆ। ਉਸ ਤੋਂ ਬਾਅਦ ਯੁੱਧ ਨੀਤੀ ਜਿਹੜੀ ਹੈ ਉਹ ਭਾਈ ਜੇਠਾ ਜੀ ਇੱਕ ਜਰਨੈਲ ਸਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦੇ ਫੌਜ ਦੇ, ਉਹਨਾਂ ਪਾਸੋਂ ਯੁੱਧ ਨੀਤੀ ਸਿੱਖੀ। ਭਾਈ ਪਰਾਗਾ ਜੀ ਕੋਲੋਂ ਸ਼ਸਤਰ ਵਿਦਿਆ ਦਾ ਅਭਿਆਸ, ਗੰਗਾ ਸਹਿਗਲ ਜੀ ਪਾਸੋਂ ਘੋੜ ਸਵਾਰੀ ਦੀ ਸਿੱਖਿਆ, ਤੇ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਬਚਪਨ ਦੇ ਵਿੱਚ ਹੀ ਤੀਰ ਅੰਦਾਜ਼ੀ, ਨੇਜਾ ਚਲਾਉਣਾ, ਬੰਦੂਕ ਚਲਾਉਣੀ, ਤੀਰ ਚਲਾਉਣੇ, ਇਹ ਸ਼ਸਤਰ ਅਤੇ ਸ਼ਾਸਤਰ ਦਾ ਗਿਆਨ ਜਿਹੜਾ ਹੈ ਉਹਨਾਂ ਨੇ ਹਾਸਲ ਕਰ ਲਿਆ। ਇੱਧਰੋਂ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਲਾਹੌਰ ਵਿਖੇ ਸਨ 1606 ਵਿੱਚ ਸ਼ਹੀਦ ਕੀਤਾ ਜਾਂਦਾ ਹੈ। ਜਦੋਂ ਸ਼ਹੀਦੀ ਹੋਈ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਬਚਨ ਆਖੇ ਸਨ ਬੜੇ ਪਿਆਰੇ। ਸਮੇਂ ਦੀ ਹਕੂਮਤ ਨੂੰ ਲਲਕਾਰ ਕੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਸੀ, ਭਲਿਓ ਤੁਸੀਂ ਅੱਜ ਇਸ 4 ਦੀਵਾਰੀ ਦੇ ਅੰਦਰ ਗੁਰੂ ਅਰਜਨ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹੋ, ਸੱਚ ਨੂੰ ਦਬਾਉਣਾ ਚਾਹੁੰਦੇ ਹੋ,
ਪਰ ਤੁਹਾਨੂੰ ਇਹ ਨਹੀਂ ਪਤਾ ਵੀ ਸੱਚ ਕਦੀ ਦਬਿਆ ਨਹੀਂ ਕਰਦਾ, ਸਮਾਂ ਪਾ ਕੇ ਸੱਚ ਪ੍ਰਗਟ ਹੋ ਹੀ ਜਾਂਦਾ ਹੈ। ਮਹਾਰਾਜ ਨੇ ਇੱਥੇ ਜਿਹੜੇ ਬੋਲ ਆਖੇ ਕਿਸੇ ਕਵੀ ਨੇ ਬੜੇ ਪਿਆਰੇ ਲਿਖੇ ਨੇ। ਉਹ ਲਿਖਦਾ ਏ, ਪਾਤਸ਼ਾਹ ਜੀ ਨੇ ਆਖਿਆ, ਮੇਰੀ ਸਦਾ ਕੋ ਦੁਬਾਨਾ ਤੋਂ ਮੁਮਕਿਨ, ਮਗਰ ਬਦਲਤੇ ਵਕਤ ਕੀ ਰਫਤਾਰ ਕੋ ਕੌਣ ਰੋਕੇਗਾ। ਕੋਈ ਗੱਲ ਨਹੀਂ, ਤੁਸੀਂ ਮੈਨੂੰ ਚਾਰ ਦੀਵਾਰੀ ਵਿੱਚ ਕੈਦ ਕਰ ਲਿਆ, ਬੰਦ ਕਰ ਲਿਆ, ਸ਼ਹੀਦ ਲੱਗੇ ਜੇ ਕਰਨ, ਪਰ ਤੁਸੀਂ ਇਹ ਸੋਚ ਲਿਆ ਵੀ ਸ਼ਾਇਦ ਇਹ ਜਿਹੜੀ ਰਫਤਾਰ ਹੈ ਨਾ, ਇਹ ਹਵਾਵਾਂ ਦੀਆਂ ਜਿਹੜੀਆਂ ਦਿਸ਼ਾਵਾਂ ਤੁਸੀਂ ਰੋਕਣਾ ਚਾਹੁੰਦੇ ਹੋ, ਹਵਾਵਾਂ ਰੁਕਦੀਆਂ ਨਹੀਂ ਹੁੰਦੀਆਂ। ਜਦੋਂ ਝੱਖੜ ਆਇਆ ਕਰਦੇ ਨੇ ਨਾ, ਤੇ ਉਹ ਝੱਖੜ ਫਿਰ ਉਡਾ ਕੇ ਲੈ ਜਾਂਦੇ ਨੇ ਆਪਣੇ ਨਾਲ। मेरी सदा को दबाना तो मुमकिन, मगर बदलते वक्त की रफ्तार को कौन रोकेगा। मेरे लफ्ज़ों की परवाज़ को रोकने वालों, मेरे हर गोबिंद की तलवार को कौन रोकेगा। मेरे पुत्र हर गोबिंद ने जिदन तलवार चुकनी है ना, उदन उनकी तलवार दे अगे जुल्म टिक नहीं सकेगा। ਜ਼ਾਲਮਾਂ ਨੂੰ ਭੱਜਣਾ ਪੈ ਜਾਣਗੀਆਂ। ਹੁਣ ਇੱਧਰੋਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਸ਼ਹੀਦ ਹੁੰਦੇ ਨੇ। ਇੱਕ ਗੱਲ ਯਾਦ ਰੱਖਣਾ, ਸ਼ਹੀਦ ਦਾ ਜਿਹੜਾ ਡੁੱਲਿਆ ਖੂਨ ਹੈ ਉਹ ਵਿਅਰਥ ਨਹੀਂ ਜਾਇਆ ਕਰਦਾ। ਜਿਨ੍ਹਾਂ ਕੌਮਾਂ ਵਿੱਚ ਸ਼ਹੀਦ ਨਹੀਂ ਹੁੰਦੇ ਨਾ, ਉਹ ਕੌਮਾਂ ਸਮਾਂ ਪਾ ਕੇ ਗੁਲਾਮ ਹੋ ਜਾਂਦੀਆਂ ਨੇ ਜਾਂ ਫਿਰ ਮਿਟ ਜਾਇਆ ਕਰਦੀਆਂ ਨੇ। ਜਦੋਂ ਕੌਮਾਂ ਵਿੱਚ ਸ਼ਹੀਦ ਪੈਦਾ ਹੁੰਦੇ ਨੇ ਨਾ, ਤੇ ਉਹ ਕੌਮਾਂ ਜਿਹੜੀਆਂ ਹਨ ਉਹਨਾਂ ਦਾ ਨੁਹਾਰ ਉਹਨਾਂ ਦੀ ਬਦਲ ਜਾਂਦੀ ਹੈ। ਬੜੇ ਪਿਆਰੇ ਕਿਸੇ ਕਵੀ ਨੇ ਬੋਲ ਲਿਖੇ ਨੇ, ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ। ਉਦੋਂ ਤਸਵੀਰ ਬਦਲ ਜਾਂਦੀ ਹੈ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ, ਤੇ ਜਿਹੜੇ ਲੋਕ ਇਹ ਸੋਚਦੇ ਸਨ ਸ਼ਹੀਦੀ ਤੋਂ ਬਾਅਦ ਇਹ ਡਰ ਜਾਣਗੇ, ਉਦਾਸ ਹੋ ਕੇ ਨਿਰਾਸ਼ ਹੋ ਕੇ ਬੈਠ ਜਾਣਗੇ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਸੁਪੁੱਤਰ ਨੂੰ ਗੁਰਗੱਦੀ ਤੇ ਬਿਠਾ ਕੇ ਗਏ ਨੇ। ਨਾਲ ਇਹ ਬਚਨ ਕਹਿ ਕੇ ਗਏ ਨੇ, ਪੁੱਤਰ ਹੁਣ ਸਮਾਂ ਹੈ ਤਲਵਾਰ ਨੂੰ ਹੱਥ ਪਾਉਣ ਦਾ, ਹੁਣ ਲੋੜ ਹੈ ਸ਼ਸਤਰ ਨੂੰ ਫੜਨ ਦਾ, ਹੁਣ ਸ਼ਾਸਤਰ ਨਾਲ ਗੱਲ ਨਹੀਂ ਬਣਨੀ। ਵੇਖੋ ਦੋ ਯੁੱਗ, ਇੱਕ ਯੁੱਗ ਸੀ ਗੁਰਬਾਣੀ ਯੁੱਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਕ, ਹੁਣ ਸ਼ੁਰੂ ਹੋ ਗਿਆ ਕੁਰਬਾਨੀ ਯੁੱਗ। ਜਦੋਂ ਤਲਵਾਰ ਚੁੱਕੀ ਹੈ ਨਾ, ਤੇ ਉਸ ਸਮੇਂ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਸਨ, ਉਹ ਬੜੇ ਪਿਆਰੇ ਢਾਡੀ ਨੱਥਾ ਤੇ ਅਬਦੁੱਲਾ ਜੀ ਨੇ ਬਿਆਨ ਕੀਤੇ ਨੇ। ਅੱਜ ਪਹਿਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਜਦੋਂ ਅਕਾਲ ਤਖਤ ਸਾਹਿਬ ਤੇ ਗਏ, ਇੱਕ ਗੱਲ ਯਾਦ ਰੱਖਣਾ, ਇਹ ਤਖਤ ਦੀ ਉਸਾਰੀ ਵੀ ਜਿਹੜੀ ਹੈ ਨਾ, ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਕਰਵਾਈ। ਇੱਕ ਤਖਤ ਉਹ ਸੀ ਜਿਹੜਾ ਦਿੱਲੀ ਦੇ ਵਿੱਚ ਸੀ, ਪਰ ਉਸ ਤਖਤ ਦੇ ਉੱਤੇ ਬਹਿਣ ਵਾਲਾ ਬਾਦਸ਼ਾਹ ਜਿਹੜਾ ਬਦੀ ਦਾ ਸ਼ਾਹ ਹੁੰਦਾ ਸੀ, ਉਹ ਆਪਣੀਆਂ ਮਨਮਾਨੀਆਂ ਕਰਨੀਆਂ ਤੇ ਲੋਕਾਂ ਦੇ ਉੱਤੇ ਜ਼ੁਲਮ ਕਰਨੇ, ਇਹੋ ਜਿਹੇ ਹੁਕਮ ਚਲਾਉਣੇ ਲੋਕਾਂ ਦੇ ਉੱਤੇ ਕਿ ਆਮ ਲੋਕ ਜਿਹੜੇ ਹਨ ਬੜੇ ਦੁਖੀ ਸਨ। ਲੋਕਾਂ ਨੂੰ ਇਨਸਾਫ ਮਿਲਣਾ ਤੇ ਇੱਕ ਪਾਸੇ ਰਿਹਾ, ਬਲਕਿ ਆਮ ਲੋਕਾਈ ਉੱਤੇ ਵੱਡੇ ਵੱਡੇ ਟੈਕਸ ਲਾਏ ਜਾਂਦੇ ਧਰਮ ਬਦਲਣ ਵਾਸਤੇ, ਉਹਨਾਂ ਦੇ ਉੱਤੇ ਧੱਕੇਸ਼ਾਹੀ ਕੀਤੀ ਜਾਂਦੀ। ਤਾਂ ਇਹੋ ਜਿਹੇ ਹਾਲਾਤ ਨੂੰ ਵੇਖ ਕੇ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ। ਨਾਂ ਕੀ ਰੱਖਿਆ? ਅਕਾਲ ਤਖਤ। ਇਹ ਤਖਤ ਕਿਸੇ ਬਾਦਸ਼ਾਹ ਦਾ ਨਹੀਂ, ਇਹ ਅਕਾਲ ਦਾ ਤਖਤ ਹੈ। ਤੇ ਅਕਾਲ ਦੇ ਤਖਤ ਉੱਤੇ ਬੈਠੇ ਗੁਰੂ ਪਾਤਸ਼ਾਹ ਜੀ ਨੇ ਆਖਿਆ, ਅੱਜ ਤੋਂ ਬਾਅਦ ਜਦੋਂ ਵੀ ਕੋਈ ਇੱਥੇ ਆਵੇਗਾ ਉਹਦੀ ਹਰ ਇੱਕ ਫਰਿਆਦ ਸੁਣੀ ਜਾਵੇਗੀ, ਤੇ ਇਹ ਅਕਾਲ ਦਾ ਤਖਤ ਜਿਹੜਾ ਸੱਚ ਦੇ ਨਾਲ ਖੜਾ ਹੈ। ਉਹ ਗੱਲ ਵੱਖਰੀ, ਅੱਜ ਉੱਥੇ ਬਹਿਣ ਵਾਲੇ
ਸਿਆਸੀ ਆਗੂਆਂ ਦੀ ਝੋਲੀ ਵਿੱਚ ਜਾ ਬੈਠੇ ਨੇ। ਉਹ ਹੁਣ ਨਾਮ ਦੀਆਂ ਜਥੇਦਾਰੀਆਂ ਨੇ, ਪਰ ਅਕਾਲ ਤਖਤ ਮਾੜਾ ਨਹੀਂ। ਉੱਥੇ ਬਹਿਣ ਵਾਲਾ ਬੰਦਾ ਮਾੜਾ ਹੋ ਸਕਦਾ ਹੈ, ਪ੍ਰਬੰਧ ਚਲਾਉਣ ਵਾਲਾ ਮਨੁੱਖ ਮਾੜਾ ਹੋ ਸਕਦਾ ਹੈ, ਪ੍ਰਬੰਧ ਵਿਗੜ ਜਾਇਆ ਕਰਦੇ ਨੇ, ਪਰ ਪ੍ਰਬੰਧ ਸੁਧਾਰੇ ਵੀ ਜਾ ਸਕਦੇ ਨੇ। ਜੇ ਕੁਝ ਬੰਦੇ ਮਾੜੇ ਆ ਜਾਣ ਤੇ ਪ੍ਰਬੰਧ ਵਿਗੜ ਜਾਂਦਾ ਹੈ, ਸਮਾਂ ਪਾ ਕੇ ਚੰਗੇ ਬੰਦੇ ਆ ਕੇ ਪ੍ਰਬੰਧ ਨੂੰ ਚੰਗਾ ਵੀ ਬਣਾ ਲੈਂਦੇ ਨੇ। ਪਰ ਸਥਾਨ ਮਾੜਾ ਨਹੀਂ, ਸਥਾਨ ਉਸੇ ਤਰ੍ਹਾਂ ਹੀ ਹੈ। ਤੇ ਵੇਖੋ ਉਸੇ ਅਕਾਲ ਦੇ ਤਖਤ ਨੂੰ ਢਾਉਣ ਦੇ ਕਿੰਨੇ ਯਤਨ ਕੀਤੇ ਗਏ। ਕਾਰਨ ਕੀ ਸੀ? ਇਹੀ ਕਾਰਨ ਸੀ ਕਿ ਉਸ ਅਕਾਲ ਤਖਤ ਤੋਂ ਜਦੋਂ ਗੁਰੂ ਪਾਤਸ਼ਾਹ ਜੀ ਹੁਕਮ ਕਰਦੇ ਸਨ ਤੇ ਸਾਰੀ ਕੌਮ ਉਸ ਹੁਕਮ ਨੂੰ ਸਵੀਕਾਰ ਕਰਕੇ ਤੇ ਆਪਣੇ ਜੀਵਨ ਵਿੱਚ ਲਾਗੂ ਕਰਦੀ ਸੀ। ਸਾਰੀ ਕੌਮ ਉਸ ਹੁਕਮ ਨੂੰ ਸਮਰਪਿਤ ਹੁੰਦੀ ਸੀ। ਅੱਜ ਉਸੇ ਤਖਤ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਬੈਠੇ ਨੇ ਤੇ ਬਾਬਾ ਬੁੱਢਾ ਜੀ ਸਤਿਕਾਰਯੋਗ 2 ਤਲਵਾਰਾਂ ਲੈ ਕੇ ਆਏ, ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੂੰ ਪਹਿਨਾਈਆਂ ਗਈਆਂ। ਉਹ 2 ਤਲਵਾਰਾਂ, ਇੱਕ ਸੀ ਮੀਰੀ ਦੀ, ਇੱਕ ਸੀ ਪੀਰੀ ਦੀ। ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਵੀ ਜਿਹੜੀ ਮੀਰੀ ਹੈ ਉਹ ਪੀਰੀ ਦੇ ਅਧੀਨ ਹੈ ਤੇ ਪੀਰੀ ਅਮੀਰੀ ਦੇ ਅਧੀਨ ਹੈ। ਇੱਕ ਗੱਲ ਯਾਦ ਰੱਖਣਾ, ਧਰਮ ਦੇ ਅਧੀਨ ਰਾਜ ਹੋਵੇ ਤੇ ਰਾਜ ਦੇ ਵਿੱਚ ਸੁੱਖ ਹੈ। ਜਦੋਂ ਆਪਾਂ ਦਰਸ਼ਨ ਕਰਨ ਜਾਂਦੇ ਹਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਵਿੱਚ ਥੋੜਾ ਫਰਕ ਹੈ। ਉਹ ਫਰਕ ਕਿਉਂ ਰੱਖਿਆ ਗਿਆ? ਉਹਦਾ ਭਾਵ ਇਹ ਸੀ ਵੀ ਸਿੱਖਾਂ ਪਹਿਲਾਂ ਤੂੰ ਹਰਿਮੰਦਰ ਸਾਹਿਬ ਨਤਮਸਤਕ ਹੋਣਾ, ਫਿਰ ਅਕਾਲ ਤਖਤ ਸਾਹਿਬ ਤੇ। ਅਕਾਲ ਤਖਤ ਸਾਹਿਬ ਰਾਜਨੀਤੀ ਦਾ ਪ੍ਰਤੀਕ ਸੀ, ਰਾਜ ਦਾ ਪ੍ਰਤੀਕ ਸੀ। ਸ਼੍ਰੀ ਹਰਿਮੰਦਰ ਸਾਹਿਬ ਭਗਤੀ ਦਾ ਪ੍ਰਤੀਕ ਸੀ। ਇੰਝ ਕਹਿ ਲਓ ਵੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ ਹੈ, ਸ਼੍ਰੀ ਹਰਿਮੰਦਰ ਸਾਹਿਬ ਭਗਤੀ ਦਾ ਪ੍ਰਤੀਕ ਹੈ। ਪਰ ਧਰਮ ਦੇ ਅਧੀਨ ਰਾਜਨੀਤੀ ਹੋਵੇ, ਜਿਹੜੀ ਅੱਜ ਬਿਲਕੁਲ ਉਲਟ ਹੋ ਗਿਆ। ਅੱਜ ਰਾਜ ਦੇ ਅਧੀਨ ਧਰਮ ਚੱਲਦੇ ਨੇ। ਅੱਜ ਰਾਜ ਚਲਾਉਣ ਵਾਲਾ ਰਾਜ ਗੱਦੀ ਤੇ ਬੈਠਾ ਹੋਇਆ ਧਰਮ ਚਲਾਉਂਦਾ ਹੈ। ਹੁਣ ਕੋਈ ਐਸੇ ਸਥਾਨ ਨਹੀਂ ਬਚੇ ਜਿੱਥੇ ਰਾਜਨੀਤੀ ਹਾਵੀ ਨਾ ਹੋਵੇ ਧਰਮਾਂ ਦੇ ਉੱਤੇ। ਉਹ ਭਾਵੇਂ ਮੰਦਰ ਮਸੀਤਾਂ ਗੁਰਦੁਆਰੇ ਕਿਉਂ ਨਾ ਹੋਣ, ਹਰ ਇੱਕ ਥਾਂ ਦੇ ਉੱਤੇ ਰਾਜਨੀਤੀ ਹਾਵੀ ਹੈ ਧਰਮ ਦੇ ਉੱਤੇ। ਧਰਮ ਕਮਜ਼ੋਰ ਹੋ ਗਿਆ ਤੇ ਰਾਜਨੀਤਿਕ ਲੋਕ ਇਸ ਧਰਮ ਦਾ ਗਲਤ ਇਸਤੇਮਾਲ ਕਰਦੇ ਨੇ। ਹੋਣਾ ਇਹ ਚਾਹੀਦਾ ਸੀ ਰਾਜ ਅਧੀਨ ਹੁੰਦਾ ਧਰਮ ਦੇ, ਕਿਉਂਕਿ ਧਰਮੀ ਬੰਦਾ ਜਿਹੜਾ ਹੈ ਜਦੋਂ ਰਾਜ ਚਲਾਵੇਗਾ ਉਹਦਾ ਰਾਜ ਜਿਹੜਾ ਹੈ ਨਾ ਹਲੀਮੀ ਰਾਜ ਹੋਵੇਗਾ। ਉਹਦੇ ਰਾਜ ਵਿੱਚ ਕੋਈ ਭੁੱਖਾ ਨਹੀਂ ਹੋਵੇਗਾ, ਉਹਦੇ ਰਾਜ ਵਿੱਚ ਕੋਈ ਦੁਖੀ ਨਹੀਂ ਹੋਵੇਗਾ, ਉਹਦੇ ਰਾਜ ਵਿੱਚ ਕਿਸੇ ਨੂੰ ਕਦੀ ਵੀ ਕੋਈ ਗਲਤ ਸਜ਼ਾ ਨਹੀਂ ਦਿੱਤੀ ਜਾਵੇਗੀ। ਉਹ ਰਾਜ ਕਦੀ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਦਾ, ਤੇ ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਮੁਸਲਮਾਨ ਹੋਵੇ, ਅੱਜ ਹਿੰਦੂ ਵੀਰ ਹੋਵੇ, ਜਾਂ ਕਿਸੇ ਵੀ ਬਰਾਦਰੀ ਮਜ਼ਹਬ ਦਾ ਮਨੁੱਖ ਹੋਵੇ, ਉਹ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਮੱਥਾ ਟੇਕਦਾ ਹੈ। ਕਿਉਂ? ਉਹਦਾ ਰਾਜ ਜਿਹੜਾ ਉਹ ਹਲੀਮੀ ਰਾਜ ਸੀ। ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਮੈਂ ਇੱਕ ਤਲਵਾਰ ਪਹਿਨੀ ਏ ਜਿਹੜੀ ਤਾਕਤ ਦਾ ਪ੍ਰਤੀਕ ਹੈ, ਸ਼ਕਤੀ ਦਾ ਪ੍ਰਤੀਕ ਹੈ, ਤੇ ਇੱਕ ਉਹ ਹੈ ਤਲਵਾਰ ਜਿਹੜੀ ਭਗਤੀ ਦਾ ਪ੍ਰਤੀਕ ਹੈ। ਭਗਤੀ ਵੀ ਉਦੋਂ ਬਚੀ ਰਹਿ ਸਕਦੀ ਹੈ ਜੇ ਕੋਲ ਸ਼ਕਤੀ ਹੋਵੇਗੀ, ਤੇ ਸ਼ਕਤੀ ਦਾ ਸਹੀ ਇਸਤੇਮਾਲ ਉਦੋਂ ਹੋ ਸਕਦਾ ਜਦੋਂ ਭਗਤੀ ਹੋਵੇਗੀ। ਰਹਿਮਤ ਕੀਤੀ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ 2 ਤਲਵਾਰਾਂ ਪਹਿਨ ਕੇ। ਪਰ ਦੂਜੇ ਪਾਸੇ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੂੰ ਇਹ ਦੱਸ ਦਿੱਤਾ ਵੀ ਅਕਾਲ ਤਖਤ ਵੀ ਬਣਾ ਲਿਆ ਤੇ 2 ਤਲਵਾਰਾਂ ਵੀ ਪਹਿਨ ਲਈਆਂ ਨੇ। ਢਾਡੀ ਨੱਥਾ ਤੇ ਅਬਦੁੱਲਾ ਨੇ ਇੱਕ ਵਾਰ ਗਾਈ ਸੀ ਬੜੀ ਪਿਆਰੀ ਉਸ ਦਿਨ। ਉਹ ਆਖਦੇ ਨੇ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਰਾਜ਼ ਦੀ, ਇੱਕ ਅਜ਼ਮਤ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ, ਦਰਵਾਜ਼ਾ ਬਲਖ ਬਖੀਰ ਦੀ। ਪਰ ਨਾਲ ਹੀ ਇੱਕ ਚੈਲੰਜ ਕਰ ਦਿੱਤਾ, ਪੱਗ ਤੇਰੀ ਕੀ ਜਹਾਂਗੀਰ ਦੀ। ਹੇ ਗੁਰੂ ਹਰਗੋਬਿੰਦ ਮਹਾਰਾਜ, ਤੇਰੀ ਪੱਗ ਦੇ ਅੱਗੇ ਜਹਾਂਗੀਰ ਦੀ ਪੱਗ ਕੀ ਹੈ?
कुछ भी नहीं। हुण वेखो 11 साल दे सन गुरु हरगोबिंद महाराज जदों अकाल तख्त साहिब ते विराजमान ने, ते 11 साल की उम्र विच एक जरनैलों वाला फैसला लेना, नाल एक गल कह दी, याद रखियो अज जिहड़े लोग ये कहिंदे ने ना 20वीं सदी का एक ना विचारवान होया है, इतिहासकार होया है, सर जादूनाथ सरकार, उन्हें ना एक गल कह दी। वो कहता है गुरु नानक देव महाराज पातशाह तो लैके गुरु अर्जन देव पातशाह जी तक जिहड़ा शांति का सोमा सी, वो कहता है किसी मारूथल विच जाके गवाच गया, क्योंकि गुरु हरगोबिंद ने तलवार चुक ली। पर वो समझिया नहीं, जे गुरु हरगोबिंद साहब महाराज तलवार ना चुकते, शस्त्र ना चुकते, तो अज इस देश का इतिहास ही कुछ होर होना सी। उन्हें तलवार चुकी सी जुल्म के खिलाफ, तो जालमां नूं सोधिया सी, ते तां ये देश आज़ाद होया। जे ना चुकते तो इहदा इतिहास कुछ होर ही होना सी। अज इत्थे भी अजाना ही गुंजणियां सन। इस हर घर दे विच मलेश भाखिया बोली बोली जानी सी जे महाराज तलवार ना चुकते। बड़ा प्यारा भाई गुरदास जी ने इसनूं बयान किया है। भाई गुरदास जी आखदे ने चंदन का दरख्त कितना कीमती है, पर उनके लागे सप क्यों है? याद रखना, सब तो ज़्यादा सप चंदन के दरख्त के कोल हुंदे ने। उनका कारण कि चंदन जिहड़ा वो बड़ा शीतलता देने वाला है। जिन्ना महंगा चंदन है उदों महंगी होर कोई लकड़ नहीं, सब तो महंगी लकड़ है। ते उनके दुआले सप है। महाराज आखते ने भलिया रब ने फुल पैदा किया कीमती, पर नाल कंडा भी पैदा कर दिता। जदों बंदा फुल तोड़न लगे कंडा चुभदा है, इहदा मतलब कंडा रखिया करदा है उस फुल दी। सप रखिया करदा है कीमत चंदन दी। घर दे बाहर असीं ताला क्यों लाउने आ? चौकीदार सिक्योरिटी गार्ड क्यों रखते हैं? घर दे बाहर आपां कुत्ता क्यों रखते हैं? उनका कारण यह है घर दे अंदर कीमती चीज़ां ने, कोई बाहरों सिर फिरिया आके कीमती चीज़ां नूं लुट के ना ले जाए। महाराज आखदे ने इस घर दे अंदर भी बड़ा कीमती खजाना सी ज्ञान का, जिन्हों लोग लुटना चाहते सन, जिन्हों मटाउणा चाहते सन। इस करके उस शक्ति का प्रयोग किया भगती की रखिया वास्ते। तो ये मीरी ते पीरी का कॉन्सैप्ट जिहड़ा है सिखिज्म विच बिल्कुल न्यारा वखरा है। समझना पवेगा सानू। कोई तलवार किसी नूं मारन वास्ते नहीं सी चुकी। तलवार स्वै रखिया का प्रतीक है, अपने आप की रखिया करनी, ते किसे दे उत्ते हुंदे जुल्म नूं वेख के उस जालम नूं सुधना। तलवार इस चीज़ का प्रतीक है। धन गुरु हरगोबिंद महाराज पातशाह जी काल तख्त साहिब ते विराजमान होए, मीरी पीरी दियां 2 तलवारां पहनियां, नाल ही बचन करता अज तो बाद मेरे वास्ते हुण जिहड़ियां भेटावां होणगियां वो चंगे नौजवान अपनी जवानी भेटा करो, चंगे शस्त्र लैके आओ, चंगे घोड़े लैके आओ। ते अज तो काल तख्त साहिब दे बाहर एक मर्यादा बना दी जिहड़ी अज भी है। ढाडी सिंह जिहड़े हन उत्थे सूरमियां दियां वारां गाउंदे ने। योधियां दियां वारां तां गाइयां जाण लगियां क्योंकि जिहड़ा मनुख सी उहदे अंदर एक ताकत पैदा की जावे जुल्म दे खिलाफ लड़न वास्ते। कमज़ोर हो चुके मनुख नूं ताकतवर बनाउण वास्ते सूरमियां ते योधियां दियां ढाडी वारां गायन करनियां शुरू कर दित्तियां। नाल ही उत्थे नित ही शस्त्र अभ्यास होण लग गए। ते वेंदियां ही वेंदियां गुरु हरगोबिंद महाराज पातशाह जी के दरबार दे विच हज़ारां की गिणती विच नौजवान चंगे घोड़े चंगे शस्त्र लैके तैयार बर तैयार होके अपनी जवानी भेट लगे करना। एक वखरा रस्ता जिहड़ा है गुरु हरगोबिंद पातशाह जी ने दसिया
ਜਿਸ ਰਸਤੇ ਤੇ ਚੱਲ ਕੇ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਸੀ, ਆਪਣੇ ਆਪ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ, ਸਵੈ ਰੱਖਿਆ ਦੀ ਗੱਲ, ਮਜ਼ਲੂਮ ਦੀ ਰੱਖਿਆ ਕੀਤੀ ਜਾਂਦੀ ਸੀ। ਸੋ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਇਹ ਕਾਰਜ ਕੀਤੇ ਤੇ ਸਮੇਂ ਦੀ ਜਿਹੜੀ ਸਰਕਾਰ ਸੀ ਜਹਾਂਗੀਰ, ਉਹ ਤੜਫ ਉੱਠਿਆ। ਉਹਨੇ ਆਖਿਆ ਮੈਂ ਸੋਚਿਆ ਸੀ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਕੇ ਸਿੱਖ ਧਰਮ ਨੂੰ ਖਤਮ ਕਰ ਦੇਵਾਂਗਾ, ਪਰ ਉਲਟਾ ਹੋ ਗਿਆ। ਉਹ ਹੁਣ ਮਨ ਵਿੱਚ ਵਿਚਾਰ ਕਰਦਾ ਏ ਕਿ ਮੈਂ ਇਸ ਨਿੱਕੀ ਉਮਰ ਦੇ ਬਾਲਕ ਨੂੰ, ਜਿਹੜਾ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਤਾਕਤ ਨੂੰ ਫੜਦਾ ਜਾ ਰਿਹਾ, ਇਸ ਤਾਕਤ ਨੂੰ ਖਤਮ ਕਰ ਦੇਵਾਂ। ਪਹਿਲਾਂ ਉਹਨੇ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਕੀਤਾ, ਹੁਣ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੂੰ ਖਤਮ ਕਰਨ ਦੇ ਮਨ ਵਿੱਚ ਵਿਚਾਰ ਬਣਾਉਂਦਾ ਏ। ਕਿਵੇਂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਫਿਰ ਗ੍ਰਿਫਤਾਰ ਹੁੰਦੇ ਨੇ, ਆਗਰੇ ਦੀ ਧਰਤੀ ਤੇ ਜਾਂਦੇ ਨੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗਾਂ ਲੜਦੇ ਨੇ, 4 ਜੰਗਾਂ ਲੜੀਆਂ ਨੇ, ਉਹਨਾਂ ਦਾ ਵੀ ਆਪਾਂ ਸੰਖੇਪ ਇਤਿਹਾਸ ਦੀ ਵਿਚਾਰ ਸਾਂਝੀ ਕਰਾਂਗੇ। ਸਤਿਗੁਰੂ ਮੈਂ ਰਹਿਮਤ ਕਰਨ, ਕਿਰਪਾ ਕਰਨ, ਅਸੀਂ ਵੀ ਗੁਰੂ ਪਾਤਸ਼ਾਹ ਜੀ ਦੇ ਦੱਸੇ ਹੋਏ ਰਾਹ ਤੇ ਚੱਲੀਏ, ਮਾਰਗ ਤੇ ਚੱਲੀਏ। ਜੋ ਗੁਰੂ ਪਾਤਸ਼ਾਹ ਜੀ ਸਾਨੂੰ ਸਿੱਖਿਆ ਦੇ ਕੇ ਗਏ ਨੇ, ਭਾਈ ਸਭ ਤੋਂ ਪਹਿਲਾਂ ਤੇ ਸ਼ਾਸਤਰ ਦਾ ਤੈਨੂੰ ਅਭਿਆਸ, ਗੁਰਬਾਣੀ ਦਾ ਅਭਿਆਸ ਹੋਵੇ, ਗੁਰਬਾਣੀ ਅਨੁਕੂਲ ਜੀਵਨ ਹੋਵੇ ਤੇਰਾ। ਦੂਸਰਾ ਫਿਰ ਲੋੜ ਪਵੇ ਸ਼ਸਤਰ ਦੀ, ਤੇ ਆਪਣੀ ਸਵੈ ਰੱਖਿਆ ਵਾਸਤੇ ਵੀ ਤੂੰ ਸ਼ਸਤਰ ਦੀ ਵਰਤੋਂ ਕਰ ਸਕਦਾ ਹੈ। ਸਭ ਕਿਰਪਾ ਕਰਨ, ਚਰਨਾਂ ਨਾਲ ਜੋੜ ਕੇ ਰੱਖਣ, ਸਭਨਾਂ ਦੀ ਹਾਜ਼ਰੀ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।